पंजाब में पवित्र श्री गुरु ग्रंथ साहिब जी की बेअदबी एक जगह पर नहीं बल्कि सैकड़ों जगह पर ये बेअदबी की घटनाएं हुई, लेकिन क्यों हर बार फरीदकोट की बरगाड़ी में हुई बेअदबी का मामला ही सुर्खियों में आता है? क्यों बाकी की जो 300 से ज़्यादा ऊपर प्रदेश भर में जो बेअदबी की घटनाएं हुई उनको जानबूझकर कहेंगे क्योंकि दबाया जाता है, या उनको क्यों मुद्दा उनका उठाया नहीं जाता? इन तमाम पहलुओं पे हम बातचीत करेंगे। बचाव पक्ष के जो वकील हैं वो हमारे साथ हैं। खट्ड़ा साहब ਦੀ ਇੱਕ ਇੰਟਰਵਿਊ ਆਉਂਦੀ ਹੈ, ਤੁਸੀਂ ਆਨਲਾਈਨ ਦੇਖ ਸਕਦੇ ਹੋ ਜਾਂ YouTube ਤੇ ਦੇਖ ਸਕਦੇ ਹੋ ਕਿ ਅਸੀਂ ਥੋੜਾ ਜਿਹਾ ਕਾਹਲੀ 'ਚ ਕਦਮ ਉਠਾ ਲਿਆ, ਸਬੂਤਾਂ ਦੀ ਘਾਟ ਦੇ ਵਿੱਚ ਜਾਂ ਕਾਹਲੀ 'ਚ ਅਸੀਂ ਕਦਮ ਉਠਾ ਲਿਆ ਤੇ ਅਜੇ ਥੋੜੀ ਜਿਹੀ ਇਨਵੈਸਟੀਗੇਸ਼ਨ ਹੋਰ ਜਿਹੜੀ ਹੈ ਕਰਨੀ ਬਣਦੀ ਸੀ ਤੇ ਕਾਹਲੀ 'ਚ ਹੱਥ ਪਾਇਆ ਕਰਕੇ ਸਾਨੂੰ ਆਪੋਜੀਸ਼ਨ ਦੇ ਵਿਰੋਧ ਦੇ ਵਿੱਚ ਉਹਨਾਂ ਬੰਦਿਆਂ ਨੂੰ ਰਿਲੀਜ਼ ਕਰਨਾ ਪਿਆ। ਉਸ ਤੋਂ ਬਾਅਦ ਫਿਰ ਉਂਗਲ ਉੱਠਦੀ ਹੈ ਜਿਹੜੀਆਂ ਕੁਝ ਡੇਰਾ ਸੱਚਾ ਸੌਦਾ ਦੇ ਵਿਰੋਧੀ ਧਿਰਾਂ ਹੈ, ਉਹ ਕਹਿੰਦੀਆਂ ਵੀ ਡੇਰਾ ਸੱਚਾ ਸੌਦਾ ਤੋਂ ਤੁਸੀਂ ਪੁੱਛਗਿੱਛ ਕਿਉਂ ਨਹੀਂ ਕਰਦੇ, ਜਦੋਂ ਪੋਸਟਰ ਦੇ ਉੱਤੇ ਉਹਨਾਂ ਦਾ ਨਾਂ ਲਿਖਿਆ ਗਿਆ ਉਹਨਾਂ ਤੋਂ ਕਿਉਂ ਨਹੀਂ ਕਰਦੇ। ਤਾਂ ਖੱਟੜਾ ਸਾਹਿਬ ਫਿਰ ਇੱਕ ਇੰਟਰਵਿਊ ਦਿੰਦੇ ਆ, ਉਹ ਇੰਟਰਵਿਊ ਦਿੰਦੇ ਆ ਵੀ ਡੇਰਾ ਸੱਚਾ ਸੌਦਾ ਚੀਫ ਨੂੰ ਦੀ ਫਿਲਮ ਵੀ ਚੱਲ ਗਈ ਪੰਜਾਬ 'ਚ, ਉਹਨਾਂ ਨੂੰ ਮਾਫੀਨਾਮਾ ਵੀ ਮਿਲ ਗਿਆ, ਫਿਰ ਉਹ ਆਪਦਾ ਕੰਮ ਖਰਾਬ ਆਪ ਕਿਉਂ ਕਰਨਗੇ, ਕਿਉਂ ਰਿਕਾਰਡ ਵੀ ਉਹ ਆਪਦਾ ਕੰਮ ਖਰਾਬ ਕਿਉਂ ਕਰਨਗੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਕਰਨਗੇ। ਕੀ ਲੱਗਦਾ ਹੈ ਕਿਤੇ ਨਾ ਕਿਤੇ ਬਾਅਦ ਚੋਂ ਇੱਕ ਛੜਯੰਤਰ ਰਚਿਆ ਗਿਆ ਹੈ? ਕੀ ਲੱਗਦਾ ਹੈ ਪੂਰੀ ਇਨਵੈਸਟੀਗੇਸ਼ਨ ਤੁਸੀਂ ਫਰਦਰ ਪੈਰਵੀ ਕਰ ਰਹੇ ਹੋ? ਛੜਯੰਤਰ ਦੀ ਤੁਹਾਨੂੰ ਉਦਾਹਰਨ ਦੇ ਦਿੰਦੇ ਆ। ਬੇਅਦਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ 2015 ਦੇ ਵਿੱਚ, 2020 ਤੱਕ ਕਿਸੇ ਕੇਸ ਦਾ ਕੋਈ ਚਲਾਨ ਨਹੀਂ ਆਇਆ, ਯਾਨੀ ਕਿ ਕੋਈ ਦੋਸ਼ੀ ਬਣਾ ਕੇ ਪੇਸ਼ ਨਹੀਂ ਹੋਏ। ਜਦੋਂ 4/7/2020 ਨੂੰ ਮਾਨਯੋਗ ਅਦਾਲਤ ਫਰੀਦਕੋਟ ਦੇ ਵਿੱਚ ਦੋਸ਼ੀ ਪੇਸ਼ ਕੀਤੇ ਜਾਂਦੇ ਆ, ਇੱਕ ਦਿਨ ਛੱਡ ਕੇ 5 ਤਰੀਕ ਹੋ ਗਈ, 6 ਤਰੀਕ ਨੂੰ ਯਾਨੀ ਕਿ 2 ਦਿਨਾਂ ਦੇ ਵਿੱਚ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਚਲਾਨ ਬਣਾ ਕੇ ਐਡਾ ਵੱਡਾ ਮੋਟਾ ਦਿੱਤਾ ਜਾਂਦਾ ਹੈ, ਜਿਹੜੇ ਅਸੀਂ 5 ਸਾਲ ਦੇ ਵਿੱਚ ਕੁਝ ਨਹੀਂ ਕਰ ਸਕੇ ਔਰ 2 ਦਿਨਾਂ ਦੇ ਵਿੱਚ ਪੰਜਾਬ ਪੁਲਿਸ ਚਲਾਨ ਤਿਆਰ ਕਰ ਦਿੰਦੀ ਹੈ। ਇਹ ਕਿਉਂ ਛੜਯੰਤਰ ਤੁਹਾਡੇ ਸਾਹਮਣੇ, ਇਹ ਸਾਨੂੰ ਜ਼ਿਆਦਾ ਕੁਝ ਵਕੀਲਾਂ ਨੂੰ ਕਹਿਣ ਦੀ ਲੋੜ ਨਹੀਂ। पंजाब में पवित्र श्री गुरु ग्रंथ साहिब जी की बेअदबी एक जगह पर नहीं बल्कि सैकड़ों जगह पर ये बेअदबी की घटनाएं हुई, लेकिन क्यों हर बार फरीदकोट की बरगाड़ी में हुई बेअदबी का मामला ही सुर्खियों में आता है? क्यों बाकी की जो 300 से ज़्यादा ऊपर प्रदेश भर में जो बेअदबी की घटनाएं हुई उनको जानबूझकर कहेंगे क्योंकि दबाया जाता है, या उनको क्यों मुद्दा उनका उठाया नहीं जाता? इन तमाम पहलुओं पर हम बातचीत करेंगे। बचाव पक्ष के जो वकील हैं वो हमारे साथ हैं और इस केस में बताएंगे क्यों आखिर फरीदकोट की बरगाड़ी का ही मामला सुर्खियों में आता है, खासकर चुनावी मौसम में। दरअसल इस केस में डेरा सच्चा सौदा के श्रद्धालुओं को बिना किसी सबूतों के आधार पर पंजाब पुलिस की SIT उनको पकड़ती है और इस मामले में उनकी इन्वॉल्वमेंट्स के बाद जो है एक मुद्दा बनाया जाता है कि बाकी की बेअदबी की घटनाओं को या तो जानबूझकर दबाया जाता है, या फिर इस केस में जब डेरा सच्चा सौदा का नाम जोड़ा जाता है तब ही इसको जो है मुद्दा बनाया जाता है, खासकर चुनाव में। इस तमाम सवालों के जवाब हम जानेंगे। बचाव पक्ष के वकील हमारे साथ है, विवेक गुलबद्दर जी हैं और केवल बराड़ हैं, उनसे बातचीत करेंगे। केवल जी, सब तो पहले दसो जिस तरीके नाल एक केस शुरुआत किवें हुई इस केस की? 2015 ਦੇ ਵਿੱਚ ਸ਼੍ਰੀ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਹਿਲੀ ਵਾਰ ਹੋਈ। ਜੇ ਅਸੀਂ 2015 ਚ ਵਾਪਸ ਜਾਂਦੇ ਹਾਂ ਤਾਂ ਸਮੂਹ ਸਿੱਖ ਸੰਗਤ ਦੀਆਂ ਭਾਵਨਾਵਾਂ ਆਹਤ ਹੋਈਆਂ। ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਬਹੁਤ ਘਰ ਸੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੋਟੀ ਵੀ ਨਹੀਂ ਪੱਕੀ ਉਸ ਦਿਨ, ਬੜਾ ਪੰਜਾਬ ਆਹਤ ਹੋਇਆ। ਉਸ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਵੀ ਰੋਸ ਸੀ, ਧਰਨਾ ਮੁਜ਼ਾਹਰਾ ਵੀ ਕੀਤਾ ਗਿਆ। ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ 2015 1/6/2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਜਿਹੜੀ ਹੈ ਚੋਰੀ ਕੀਤੀ ਜਾਂਦੀ ਹੈ। 2 ਤਰੀਕ ਨੂੰ ਫਿਰ FIR ਹੁੰਦੀ ਹੈ। ਫਿਰ ਉਸ ਤੋਂ ਬਾਅਦ ਜਿਹੜੇ ਪੋਸਟਰ ਲਗਾਏ ਜਾਂਦੇ ਆ ਡੇਰਾ ਸੱਚਾ ਸੌਦਾ ਦਾ ਨਾਮ ਲੈ ਕੇ ਜਾਂ ਉਹਨਾਂ ਦਾ ਨਾਅਰਾ ਲਿਖ ਕੇ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਹੈ। ਉਹਦੇ ਵਿੱਚ ਪਹਿਲਾਂ ਇਨੀਸ਼ੀਅਲ ਦੇ ਵਿੱਚ
ਦੋ ਬੰਦਿਆਂ ਦੀ ਅਰੈਸਟ ਹੁੰਦੀ ਹੈ। SIT ਖਟੜਾ ਸਾਹਿਬ, ਜਿਹਨੂੰ SIT ਖਟੜਾ ਸਾਹਿਬ ਲੀਡ ਕਰ ਰਹੇ ਸੀ, ਉਹ SIT ਬਣਾਈ ਜਾਂਦੀ ਹੈ। ਉਹਦੇ ਵਿੱਚ ਦੋ ਮੁੰਡਿਆਂ ਨੂੰ ਅਰੈਸਟ ਕੀਤਾ ਜਾਂਦਾ ਹੈ। ਫਿਰ ਵਿਰੋਧੀ ਧਿਰਾਂ ਲਾ ਲਓ ਜਾਂ ਆਪੋਜੀਸ਼ਨ ਲਾ ਲਓ ਜਾਂ ਸਿੱਖ ਸੰਗਤ ਦੇ ਤਾਂ ਧਰਨੇ ਲੱਗਦੇ ਆ, ਫਿਰ ਉਹਨਾਂ ਨੂੰ ਰਿਲੀਜ਼ ਕੀਤਾ ਜਾਂਦਾ ਹੈ। ਰਿਲੀਜ਼ ਕੀਤਾ ਜਾਂਦਾ ਹੈ ਤਾਂ ਖਟੜਾ ਸਾਹਿਬ ਦੀ ਇੱਕ ਇੰਟਰਵਿਊ ਆਉਂਦੀ ਹੈ, ਤੁਸੀਂ ਆਨਲਾਈਨ ਦੇਖ ਸਕਦੇ ਹੋ ਜਾਂ YouTube ਤੇ ਦੇਖ ਸਕਦੇ ਹੋ, ਵੀ ਅਸੀਂ ਥੋੜ੍ਹਾ ਜਿਹਾ ਕਾਹਲੀ 'ਚ ਕਦਮ ਉਠਾ ਲਿਆ, ਸਬੂਤਾਂ ਦੀ ਘਾਟ ਦੇ ਵਿੱਚ ਜਾਂ ਕਾਹਲੀ 'ਚ ਅਸੀਂ ਕਦਮ ਉਠਾ ਲਿਆ, ਤੇ ਅਜੇ ਥੋੜ੍ਹੀ ਜਿਹੀ ਇਨਵੈਸਟੀਗੇਸ਼ਨ ਹੋਰ ਜਿਹੜੀ ਹੈ ਕਰਨੀ ਬਣਦੀ ਸੀ, ਤੇ ਕਾਹਲੀ 'ਚ ਹੱਥ ਪਾਇਆ ਕਰਕੇ ਸਾਨੂੰ ਆਪੋਜੀਸ਼ਨ ਦੇ ਵਿਰੋਧ ਦੇ ਵਿੱਚ ਉਹਨਾਂ ਬੰਦਿਆਂ ਨੂੰ ਰਿਲੀਜ਼ ਕਰਨਾ ਪੈ ਗਿਆ ਜੀ। ਆਪਾਂ ਨਹੀਂ ਉਹਨਾਂ ਬਾਰੇ ਕਹਿੰਦੇ ਵਿਚਾਰੇ ਕੌਣ ਹੈ, ਕਿਹਨੇ ਕੀ, ਉਹਨਾਂ ਬਾਰੇ ਆਪਾਂ ਨਹੀਂ ਜਾਣਦੇ। ਆਪਾਂ ਤਾਂ ਜੋ ਖਟੜਾ ਸਾਹਿਬ ਦਾ ਬਿਆਨ ਆਇਆ ਸੀ, ਉਸ ਤੋਂ ਬਾਅਦ ਫਿਰ ਉਂਗਲ ਉੱਠਦੀ ਹੈ ਜਿਹੜੀਆਂ ਕੁਛ ਡੇਰਾ ਸੱਚਾ ਸੌਦਿਆਂ ਦੇ ਵਿਰੋਧੀ ਧਿਰਾਂ ਹੈ, ਉਹ ਕਹਿੰਦੀਆਂ ਵੀ ਡੇਰਾ ਸੱਚਾ ਸੌਦਾ ਤੋਂ ਤੁਸੀਂ ਪੁੱਛਗਿੱਛ ਕਿਉਂ ਨਹੀਂ ਕਰਦੇ, ਜਦੋਂ ਪੋਸਟਰ ਦੇ ਉੱਤੇ ਉਹਨਾਂ ਦਾ ਨਾਂ ਲਿਖਿਆ ਗਿਆ ਉਹਨਾਂ ਤੋਂ ਕਿਉਂ ਨਹੀਂ ਕਰਦੇ। ਤਾਂ ਖਟੜਾ ਸਾਹਿਬ ਫਿਰ ਇੱਕ ਇੰਟਰਵਿਊ ਦਿੰਦੇ ਆ, ਉਹ ਇੰਟਰਵਿਊ ਦਿੰਦੇ ਆ ਵੀ ਡੇਰਾ ਸੱਚਾ ਸੌਦਾ ਚੀਫ ਨੂੰ ਦੀ ਫਿਲਮ ਵੀ ਚੱਲ ਗਈ ਪੰਜਾਬ 'ਚ, ਉਹਨਾਂ ਨੂੰ ਮਾਫੀਨਾਮਾ ਵੀ ਮਿਲ ਗਿਆ, ਫਿਰ ਉਹ ਆਪਦਾ ਕੰਮ ਖਰਾਬ ਆਪ ਕਿਉਂ ਕਰਨਗੇ, ਕਿਉਂ ਰਿਕਾਰਡ ਵੀ ਉਹ ਆਪਦਾ ਕੰਮ ਖਰਾਬ ਕਿਉਂ ਕਰਨਗੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਕਰਨਗੇ। ਤੇ ਉਸ ਤੋਂ ਬਾਅਦ ਜਿਹੜੀ ਹੈ ਜਦੋਂ ਰੌਲਾ ਪੈਂਦਾ, ਉਹ ਦੋ ਮੁੰਡਿਆਂ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਹੈ। ਜਿਹੜਾ ਇਹ ਮੈਟਰ ਆ ਉਹ CBI ਨੂੰ ਟ੍ਰਾਂਸਫਰ ਕਰ ਦਿੱਤਾ ਜਾਂਦਾ ਜੀ। ਤਾਂ CBI ਉਹਦੀ ਡਿਟੇਲਡ ਜਿਹੜੀ ਹੈ ਇਨਵੈਸਟੀਗੇਸ਼ਨ ਕਰਦੀ ਹੈ। 5/11/15 ਨੂੰ ਉਹਨਾਂ ਨੇ ਸ਼ੁਰੂ ਕਰਤੀ ਸੀ। ਮੇਰਾ ਖਿਆਲ ਆ ਉਹਦੇ ਵਿੱਚ 122 ਗਵਾਹਾਂ ਦੇ ਜਿਹੜਾ ਹੈ ਉਹਨਾਂ ਦਾ ਬਿਆਨ ਲਿਖੇ ਜਾਂਦੇ ਆ। ਆਸੇ-ਪਾਸੇ ਦੀਆਂ ਪੰਚਾਇਤਾਂ ਤੋਂ ਸਾਰੇ ਜਿਹੜੇ ਹੈਗੇ ਆ ਉਹ ਬਿਆਨ ਲਿਖੇ ਜਾਂਦੇ ਆ, ਸਬੂਤ ਇਕੱਠੇ ਕੀਤੇ ਜਾਂਦੇ ਆ, ਇਹਨਾਂ ਦੀਆਂ ਲੋਕੇਸ਼ਨ ਦੇਖੀਆਂ ਜਾਂਦੀਆਂ, ਸਾਰੇ ਵਿਗਿਆਨਕ ਟੈਸਟ ਕੀਤੇ ਜਾਂਦੇ ਆ, ਉਹ ਖੁਦ ਕਰਾਉਂਦੇ ਆ ਜੀ। ਕਾਫੀ ਲੰਮੀ ਇਨਵੈਸਟੀਗੇਸ਼ਨ ਵਿਗਿਆਨਕ ਢੰਗ ਦੇ ਨਾਲ ਪੂਰੀ ਡਿਟੇਲਡ ਇਨਵੈਸਟੀਗੇਸ਼ਨ ਹੁੰਦੀ ਹੈ। ਫਿਰ ਉਹਨਾਂ ਨੂੰ ਜਿਹੜਾ ਹੈ ਜਦੋਂ ਉਹ ਕਲੋਜ਼ਰ ਰਿਪੋਰਟ ਦੇ ਦਿੰਦੇ ਆ ਵੀ ਇਹਨਾਂ ਬੰਦਿਆਂ ਦਾ ਹੱਥ ਨਹੀਂ, ਫਿਰ ਇੱਕੇਦਮ ਹੀ ਪਤਾ ਨਹੀਂ ਕੀ ਹੁੰਦਾ ਹੈ। ਪੰਜਾਬ ਜਿਹੜੀ ਹੈ ਪੁਲਿਸ ਤੇ ਪੰਜਾਬ ਗੌਰਮੈਂਟ ਜਿਹੜੀ ਹੈ ਪਿਕਚਰ 'ਚ ਆਉਂਦੀ ਹੈ ਜੀ, ਇਹਨਾਂ ਨੇ ਕੁਝ ਕੀਤਾ ਨਹੀਂ, ਇਹਨਾਂ ਨੇ ਕੁਝ ਕੀਤਾ ਨਹੀਂਗਾ, ਤੇ ਇਹ ਤਾਂ ਪ੍ਰੇਮੀਆਂ ਨੇ ਕੀਤਾ ਹੈ। ਮਹਿੰਦਰਪਾਲ ਬਿੱਟੂ ਨੂੰ ਕਿਸੇ ਹੋਰ FIR ਨੰਬਰ 33 ਦੇ ਵਿੱਚ ਜਿਹੜਾ ਹੈ ਚੱਕਿਆ ਜਾਂਦਾ, ਧੱਕੇ ਨਾਲ। ਉਹ ਵਕੀਲ ਸਾਹਿਬ ਬੈਠੇ ਆ, ਸਾਰਾ ਦੱਸਣਗੇ ਕਿਵੇਂ ਉਹਨਾਂ ਨੂੰ ਜਿਹੜਾ ਹੈ ਟੌਰਚਰ ਕੀਤਾ ਜਾਂਦਾ, ਤੇ ਉਹਨਾਂ ਤੋਂ ਧੱਕੇ ਨਾਲ ਕਨਫੈਸ਼ਨ ਲੈ ਕੇ ਸਾਰਾ ਇੱਧਰ ਮੋਲਡ ਕਰ ਦਿੱਤਾ ਜਾਂਦਾ। ਮਤਲਬ ਜਿਹੜਾ ਹੈ ਬੇਕਸੂਰ ਹੁੰਦੇ ਹੋਏ ਵੀ ਪਤਾ ਨਹੀਂ ਕੀ ਇਹਨਾਂ ਦਾ ਪੋਲੀਟੀਕਲ ਮੋਟਿਵ ਹੈ, ਇਹਦਾ ਮੂੰਹ ਜਾਣਬੁੱਝ ਕੇ ਡੇਰੇ ਸੱਚੇ ਸੌਦੇ ਵੱਲ ਮੋੜਿਆ, ਮਤਲਬ ਜਾਣਬੁੱਝ ਕੇ ਹੀ ਡੇਰੇ ਦਾ ਨਾਮ ਚੱਕਿਆ ਜਾਂਦਾ ਹੈ ਤਾਂ ਕਿ ਬਾਕੀ ਦੀਆਂ ਬੇਅਦਬੀ ਦੀ ਜਿਹੜੀ ਘਟਨਾਵਾਂ ਹੈ ਉਹ ਦਬੀਆਂ ਰਹਿੰਦੀਆਂ। ਵਿਵੇਕ ਜੀ ਤੋਂ ਵੀ ਜਾਣਾਂਗੇ। ਵਿਵੇਕ ਜੀ, ਖਾਸ ਕਰ ਸਾਨੂੰ ਇਹ ਦੱਸੋ, CBI ਦੀ ਜਿਹੜੀ ਰਿਪੋਰਟ ਸੀ ਕਿੰਨੇ ਪੰਨਿਆਂ ਦੀ ਸੀ? ਜਿਵੇਂ ਕਿ ਕੇਵਲ ਬਰਾੜੀ ਨੇ ਦੱਸਿਆ ਕਿ ਜਾਣਬੁੱਝ ਕੇ ਇੰਟਰੋਗੇਟ ਡੇਰਾ ਨੂੰ ਕੀਤਾ ਜਾਂਦਾ। CBI ਦੀ ਜੋ ਰਿਪੋਰਟ ਸੀ, ਕਲੋਜ਼ਰ ਰਿਪੋਰਟ ਦਿੱਤੀ, ਉਹ 1200 ਪੰਨੇ ਤੋਂ ਉੱਪਰ ਦੀ ਸੀ ਜੀ। ਜਿਹੜੀ ਅਸੀਂ ਅਗਰ ਕਾਨੂੰਨ ਦੀ ਨਿਗਾਹ ਨਾਲ ਦਈਏ ਤਾਂ ਸਾਰਾ ਉਹਨਾਂ ਨੇ ਨਿਚੋੜ ਕੱਢ ਕੇ ਪੇਸ਼ ਕੀਤਾ ਸੀ ਵੀ ਜੋ 3 ਬੰਦੇ CBI 10 ਬੰਦੇ ਤੇ ਸਟਾਰਟਿੰਗ ਕਹਾਣੀ ਹੁੰਦੀ ਹੈ। ਇਹ 33 ਨੰਬਰ FIR ਸਿਟੀ ਮੋਗਾ 2011 ਦਾ ਮੁਕੱਦਮਾ ਸੀ, ਜਿਹਦੇ ਵਿੱਚ ਇਹ ਜਿਹੜੇ ਆਦਮੀ ਚੱਕੇ ਜਾਂਦੇ ਆ। ਮਹਿੰਦਰਪਾਲ ਬਿੱਟੂ ਨੂੰ ਚੱਕਿਆ ਤਾਂ ਹਿਮਾਚਲ ਤੋਂ ਜਾਂਦਾ 7 ਤਰੀਕ ਨੂੰ, ਲੇਕਿਨ 2 ਦਿਨ ਉਹਨੂੰ ਇਲੀਗਲ ਡਿਟੇਨ 'ਚ ਰੱਖਿਆ ਜਾਂਦਾ। ਉਸ ਤੋਂ ਬਾਅਦ 10 ਤਰੀਕ ਨੂੰ ਇਹਨਾਂ ਨੂੰ ਪੇਸ਼ ਕਰਦੇ ਆ ਮੋਗਾ ਦੀ ਅਦਾਲਤ ਵਿੱਚ। ਉਸ ਤੋਂ ਕਹਾਣੀ ਇਹ ਸਾਰੀ ਇਹਨਾਂ ਨੇ ਜਿਹੜੀ ਫਿਲਮੀ ਸਟਾਈਲ ਸਟੋਰੀ ਜਿਹੜੀ ਸ਼ੁਰੂ ਕਰਦੇ ਆ ਪੰਜਾਬ ਪੁਲਿਸ, ਔਰ 19 ਤਰੀਕ ਤਾਈਂ ਉਹ ਰਿਮਾਂਡ 'ਤੇ ਰੱਖਦੇ ਆ। ਉਸ ਤੋਂ ਬਾਅਦ 20 ਤਰੀਕ ਨੂੰ ਬਿੱਟੂ ਦਾ ਜਿਹੜਾ ਕਨਫੈਸ਼ਨਲ ਸਟੇਟਮੈਂਟ ਲਿਖੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਜਦੋਂ CBI ਕੋਲ ਚਲਾ ਜਾਂਦਾ ਮਾਮਲਾ, ਉਹਨਾਂ ਨੇ ਹਰ ਇੱਕ ਤਰ੍ਹਾਂ ਦੇ ਐਂਗਲ ਤੋਂ ਇਹ ਟੈਸਟ ਕੀਤਾ, ਹਰ ਇੱਕ ਤਰ੍ਹਾਂ ਦਾ। ਜਿਵੇਂ ਬਰਾੜ ਸਾਹਿਬ ਨੇ ਦੱਸਿਆ, ਵਿਗਿਆਨਿਕ ਤਰੀਕੇ ਨਾਲ ਹਰ ਇੱਕ ਬਿਆਨ ਲਿਖੇ ਗਏ, ਔਰ 1200 ਤੋਂ ਉੱਪਰ ਪੰਨਿਆਂ ਦੀ ਉਹਨਾਂ ਨੇ ਰਿਪੋਰਟ ਦਿੱਤੀ। ਸੱਚ ਇੱਕ ਸਾਹਮਣੇ ਲਿਆਂਦਾ ਵੀ ਇਹਨਾਂ ਬੰਦਿਆਂ ਦਾ ਕੋਈ ਵੀ ਇਸ ਕੇਸ ਨਾਲ ਜੋ ਚੋਰੀ ਵਾਲਾ ਹੈ, ਪੋਸਟਰ ਵਾਲਾ ਹੈ, ਅੰਗ ਖਿਲਾਰਨ ਵਾਲਾ ਹੈ, ਜਿਹੜੇ ਕਿ ਸਾਰੇ ਧਰਮ ਦੇ ਲੋਕ ਕੋਈ ਵੀ ਹੈ ਇਹਨਾਂ ਦਾ ਸਤਿਕਾਰ ਕਰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ। ਇਹ ਤਿੰਨੇ ਮੁਕੱਦਮੇ 63 ਨੰਬਰ, 117 ਨੰਬਰ, 118, 102, 128 ਨੰਬਰ, ਤਿੰਨਾਂ ਮੁਕੱਦਮਿਆਂ ਦਾ ਇਹਨਾਂ ਦਾ ਕੋਈ ਤਲਕ ਵਾਸਤਾ ਨਹੀਂ, ਪਰ ਕਲੋਜ਼ਰ ਰਿਪੋਰਟ ਦਿੱਤੀ ਤੁਹਾਡੇ ਸਾਹਮਣੇ। ਮਹਿੰਦਰਪਾਲ ਬਿੱਟੂ ਦੀ ਗੱਲ ਆਉਂਦੀ ਹੈ ਤਾਂ ਜਿਵੇਂ ਹੀ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਜਿਹੜੇ ਦੋਸ਼ੀ ਸੀ ਉਹਨਾਂ ਦੀ ਵੀ ਕੀ ਰਿਪੋਰਟ ਰਹੀ ਹੈ? ਮਹਿੰਦਰਪਾਲ ਬਿੱਟੂ ਦੇ ਜਿਹੜੇ ਨਾਭਾ ਜੇਲ੍ਹ ਦੇ ਵਿੱਚ ਜਿਹੜਾ ਬਹੁਤ ਹੀ
ਇੱਕ ਆਪਾਂ ਕਹਿ ਦਈਏ ਮੰਦਭਾਗੀ ਘਟਨਾ ਜਿਹਨੂੰ ਅਸੀਂ ਭੁਲਾ ਨਹੀਂ ਸਕਦਾ, ਕੋਈ ਵੀ ਨਹੀਂ ਭੁਲਾ ਸਕਦਾ। ਇੱਕ ਪੁਲਿਸ ਦੀ ਕਸਟਡੀ ਦੇ ਵਿੱਚ ਹੁੰਦਿਆਂ ਇੱਕ ਇਨਸਾਨ ਦੀ ਜਾਨ ਚਲੀ ਜਾਵੇ, ਤਾਂ ਉਹਨਾਂ ਦੇ ਖਿਲਾਫ ਚਲਾਨ ਪੇਸ਼ ਹੋ ਚੁੱਕਿਆ ਦੋਸ਼ੀਆਂ ਦੇ ਖਿਲਾਫ, ਔਰ ਉਹ ਅਦਾਲਤ ਵਿੱਚ ਵਿਚਾਰਧੀਨ ਹੈ। ਬਿੱਟੂ ਦੇ ਜਿਹੜੇ ਮਰਡਰ ਦੇ ਦੋਸ਼ੀ ਹੈ ਉਹ ਵਿਚਾਰਧੀਨ ਹੈ, ਮਾਮਲਾ ਚੱਲ ਰਿਹਾ। ਤੇ ਕੇਵਲ ਸਾਹਿਬ ਇਹ ਵੀ ਦੱਸੋ, ਕਿਉਂਕਿ ਤੁਸੀਂ ਦੱਸਿਆ ਕਿ CBI ਕਿੱਥੇ ਫਲਾਣੇ ਪਿੰਡਾਂ 'ਚ ਜਾ ਕੇ ਉਹਨਾਂ ਨੇ ਪੂਰੀ ਇਨਵੈਸਟੀਗੇਸ਼ਨ ਕੀਤੀ, ਬਾਵਜੂਦ ਇਸੇ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਹੈ CBI ਦੀ ਇਨਵੈਸਟੀਗੇਸ਼ਨ ਜਾਂਦੀ ਹੈ, ਉਸ ਤੋਂ ਅੱਗੇ ਕੀ ਸਟੇਟਸ ਰਿਹਾ? ਦੇਖੋ, CBI ਨੇ ਜਦੋਂ ਕਲੋਜ਼ਰ ਰਿਪੋਰਟ ਦਿੱਤੀ ਹੈ ਜੀ 4/7/2017 ਨੂੰ ਸੀ ਜਿਹੜੀ ਹਾਂ, ਕਲੋਜ਼ਰ ਰਿਪੋਰਟ 4/7/19 ਨੂੰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਹੀ ਐਕਸ਼ਨ ਚ ਆਉਂਦੀ ਹੈ ਪੁਲਿਸ। ਹਾਲਾਂਕਿ ਉੱਥੇ ਜਿਹੜਾ ਮੈਟਰ ਸੀ, CBI ਨੇ ਇੱਕ ਉੱਥੇ ਨਾ ਪੰਜਾਬ ਪੁਲਿਸ ਦੇ ADGP ਨੇ ਇੱਕ ਲੈਟਰ ਕੁਝ ਕਲੂ ਦਿੱਤੇ ਸੀ CBI ਨੂੰ ਕਿ ਤੁਸੀਂ ਫਰਦਰ ਇਨਵੈਸਟੀਗੇਸ਼ਨ ਕਰੋ, ਕਲੋਜ਼ ਕਿਉਂ ਨਹੀਂ ਤੁਸੀਂ ਇਹਨੂੰ ਕਲੋਜ਼ ਨਾ ਕਰੋ। ਉਹ ਅਜੇ ਕਲੋਜ਼ਰ ਰਿਪੋਰਟ ਜਿਹੜੀ ਹੈ ਉਹ ਪੈਂਡਿੰਗ ਸੀਗੀ, ਉਹਦਾ ਤਾਂ CBI ਕੋਰਟ ਨੇ ਫੈਸਲਾ ਹੀ ਨਹੀਂ ਕੀਤਾ ਤੇ ਇਹਨਾਂ ਨੇ 4/7 ਨੂੰ ਜਿਹੜੇ ਹੈ ਇਹਨਾਂ ਡੇਰਾ ਫੋਲੋਅਰਸ ਨੂੰ ਦੀ ਅਰੈਸਟ ਪਾ ਲਈ, ਜਦੋਂ ਕਿ ਪਹਿਲਾਂ CBI ਕੋਰਟ ਦੇ ਵਿੱਚ ਉਹਨਾਂ ਦੀ ਬੇਲ ਹੋਈ ਹੈ। ਉਹਨਾਂ ਬੰਦਿਆਂ ਦੀ ਕੁਝ 4 ਬੰਦੇ ਹੋਰਾਂ ਦੀ ਅਰੈਸਟ ਪਾ ਲਈ ਇਹਨਾਂ ਨੇ। ਪਤਾ ਨਹੀਂ ਕੀ ਕਾਹਲੀ ਸੀ ਇਹਨਾਂ ਨੂੰ, ਕੀ ਇਹਨਾਂ ਨੂੰ ਇਹ ਸੀਗਾ ਵੀ ਇਹ ਬੰਦੇ ਬੇਗੁਨਾਹ ਨਾ ਹੋ ਜਾਣ। ਇਹ ਤਾਂ ਹੁਣ ਕੋਈ ਨਾ ਕੋਈ ਮੋਟਿਵ ਤਾਂ ਸੀਗਾ ਹੀ ਨਾ, ਇੱਕਦਮ ਮੋੜਨ ਦਾ। ਫਿਰ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲਿਆ, ਤਾਂ ਇੱਕ ਸਾਜ਼ਿਸ਼ ਦੇ ਅਧੀਨ ਹੀ ਸਾਰਾ ਜਿਹੜਾ ਹੈ ਸਾਰਾ ਕੀਤਾ ਹੈ। ਵਕੀਲ ਸਾਹਿਬ, ਮੈਂ ਤੁਹਾਡੇ ਦੋਨਾਂ ਤੋਂ ਇਹ ਸਵਾਲ ਕਰਦਾ ਹਾਂ, ਜਾਨਣਾ ਚਾਹੁੰਦਾ, ਖਾਸ ਕਰ ਦਰਸ਼ਕ ਵੀ ਜਾਨਣਾ ਚਾਹੁੰਦੇ, ਤੁਸੀਂ ਡੇ 1 ਤੋਂ ਪੈਰਵੀ ਕਰ ਰਹੇ ਹੋ ਇਸ ਕੇਸਾਂ ਦੇ ਵਿੱਚ, ਕੀ ਲੱਗਦਾ ਹੈ ਪੂਰੀ ਜਿਹੜੀ ਇਨਵੈਸਟੀਗੇਸ਼ਨ ਹੈ, ਚਾਹੇ ਉਹ CBI ਨੇ ਜਿਵੇਂ ਤੁਸੀਂ ਦੱਸਿਆ ਕਿ 2019 ਵਿੱਚ ਜਿਹੜੀ ਹੈ ਬਿਲਕੁਲ ਉਹਨਾਂ ਨੇ ਕਲੀਨ ਚਿੱਟ ਦੇਤੀ ਸੀ ਡੇਰਾ ਸ਼ਰਧਾਲੂਆਂ ਨੂੰ ਵੀ, ਤੇ ਕੀ ਲੱਗਦਾ ਹੈ ਕਿਤੇ ਨਾ ਕਿਤੇ ਬਾਅਦ ਚੋਂ ਇੱਕ ਛੜਯੰਤਰ ਰਚਿਆ ਗਿਆ ਹੈ? ਕੀ ਲੱਗਦਾ ਹੈ ਪੂਰੀ ਇਨਵੈਸਟੀਗੇਸ਼ਨ ਤੁਸੀਂ ਫਰਦਰ ਪੈਰਵੀ ਕਰ ਰਹੇ ਹੋ? ਛੜਯੰਤਰ ਦੀ ਤੁਹਾਨੂੰ ਉਦਾਹਰਨ ਦੇ ਦਿੰਦੇ ਆ। ਬੇਅਦਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਹੈ 2015 ਦੇ ਵਿੱਚ, 2020 ਤੱਕ ਕਿਸੇ ਕੇਸ ਦਾ ਕੋਈ ਚਲਾਨ ਨਹੀਂ ਆਇਆ, ਯਾਨੀ ਕਿ ਕੋਈ ਦੋਸ਼ੀ ਬਣਾ ਕੇ ਪੇਸ਼ ਨਹੀਂ ਹੋਏ। ਜਦੋਂ 4/7/2020 ਨੂੰ ਮਾਨਯੋਗ ਅਦਾਲਤ ਫਰੀਦਕੋਟ ਦੇ ਵਿੱਚ ਦੋਸ਼ੀ ਪੇਸ਼ ਕੀਤੇ ਜਾਂਦੇ ਆ, ਇੱਕ ਦਿਨ ਛੱਡ ਕੇ 5 ਤਰੀਕ ਹੋ ਗਈ, 6 ਤਰੀਕ ਨੂੰ ਯਾਨੀ ਕਿ 2 ਦਿਨਾਂ ਦੇ ਵਿੱਚ ਉਹਨਾਂ ਦੇ ਖਿਲਾਫ 4 ਸ਼ੀਟ ਚਲਾਨ ਬਣਾ ਕੇ ਐਡਾ ਵੱਡਾ ਮੋਟਾ ਦਿੱਤਾ ਜਾਂਦਾ ਹੈ, ਜਿਹੜੇ ਅਸੀਂ 5 ਸਾਲ ਦੇ ਵਿੱਚ ਕੁਝ ਨਹੀਂ ਕਰ ਸਕੇ, ਔਰ 2 ਦਿਨਾਂ ਦੇ ਵਿੱਚ ਪੰਜਾਬ ਪੁਲਿਸ ਚਲਾਨ ਤਿਆਰ ਕਰ ਦਿੰਦੀ ਹੈ। ਇਹ ਹੁਣ ਛੜਯੰਤਰ ਤੁਹਾਡੇ ਸਾਹਮਣੇ ਹੈ, ਸਾਨੂੰ ਜ਼ਿਆਦਾ ਕੁਝ ਵਕੀਲਾਂ ਨੂੰ ਕਹਿਣ ਦੀ ਲੋੜ ਨਹੀਂ। ਤਾਂ ਮਤਲਬ ਕਿਤੇ ਨਾ ਕਿਤੇ ਜਿਹੜੀ ਖਾਸ ਕਰ ਦੀ ਇਲੈਕਸ਼ਨ ਦਾ ਪੀਕ ਹੈ, ਕੀ ਲੱਗਦਾ ਤੁਹਾਨੂੰ? ਬਿਲਕੁਲ, ਇਹ ਤਾਂ ਦੇਖੋ ਜੋ ਵੀ ਰਾਜਨੀਤਿਕ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਭੀੜ ਚਾਹੀਦੀ ਹੈ, ਉਹਨਾਂ ਨੂੰ ਵੋਟਾਂ ਚਾਹੀਦੀਆਂ, ਉਹ ਕਿਵੇਂ ਕੁਝ ਕਰ ਰਹੇ ਹੈ ਤੁਹਾਡੇ ਸਾਹਮਣੇ ਸਾਰਾ ਕੁਝ। ਲੇਕਿਨ ਅਸੀਂ ਅੱਜ ਵੀ ਕਹਿੰਦੇ ਹਾਂ ਇਹਨਾਂ ਦਾ ਸੱਚ ਸਾਹਮਣੇ ਆਏਗਾ, ਅਸੀਂ ਲੈ ਕੇ ਆਵਾਂਗੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਵਾਂਗੇ। ਇਹ ਸਾਡੇ ਕੋਲ ਇੰਨਾ ਕੁ ਸਬੂਤ ਹੈ, ਇੰਨਾ ਕੁ ਸਾਡੇ ਕੋਲ ਬਚਾਅ ਪੱਖ ਦੇ ਜੋ ਅਸੀਂ ਵਕੀਲ ਪੈਰਵਾਈ ਕਰ ਰਹੇ ਹਾਂ, ਸਾਡੇ ਕੋਲ ਇੰਨੇ ਕੁ ਤੱਥ, ਅਸੀਂ ਜੋ ਵੀ ਅਦਾਲਤ ਵਿੱਚ ਤੱਥ ਚੱਲਦੇ ਆ, ਔਰ ਜਿੱਥੇ ਜਿੱਥੇ ਸਾਨੂੰ ਹੈ ਅਸੀਂ ਉਹਦੀ ਕਰ ਵੀ ਰਹੇ ਹਾਂ, ਔਰ ਤੁਹਾਡੇ ਸਾਹਮਣੇ ਲਿਆ ਕੇ ਦੇਵਾਂਗੇ। ਸੱਚ ਨੂੰ ਲੇਟ ਹੋ ਸਕਦਾ, ਕਈ ਵਾਰ ਲੇਟ ਹੋ ਜਾਂਦਾ ਦੇਖਣ 'ਚ, ਕਿਉਂਕਿ ਮੰਨ ਜੋ ਪਿੱਛੇ ਜਿਵੇਂ 1.5 ਸਾਲ ਕਰੋਨਾ ਦੀ ਮਹਾਂਮਾਰੀ ਚੱਲੀ, ਅਦਾਲਤਾਂ ਵਿੱਚ ਤਰੀਕਾਂ ਪੈਂਦੀਆਂ ਰਹੀਆਂ, ਕੋਈ ਨਹੀਂ, ਸੱਚ ਆਏਗਾ, ਜ਼ਰੂਰ ਸਾਹਮਣੇ ਆਏਗਾ। ਇੱਕ ਚੀਜ਼ ਵਕੀਲ ਸਾਹਿਬ ਅਸੀਂ ਇਹ ਵੀ ਜਾਣਨਾ ਚਾਹਾਂਗੇ, ਕਿਉਂਕਿ ਮੁੜ ਤੋਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦਾ ਨਾਮ ਜੋੜਿਆ ਜਾਂਦਾ ਹੈ ਤੇ ਪਟੀਸ਼ਨ ਵੀ ਲਾਈ ਗਈ ਹੈ ਤੁਹਾਡੇ ਬਚਾਅ ਪੱਖ ਵੱਲੋਂ, ਕੀ ਇਸ ਦੇ ਬਾਰੇ ਵਿੱਚ ਦਰਸ਼ਕਾਂ ਨੂੰ ਦੱਸੋ ਤੇ ਕਦੋਂ ਇਹ ਦੁਬਾਰਾ ਜਿਹੜਾ ਨਾਮ ਹੈ ਗੁਰੂ ਜੀ ਦਾ ਜੋੜਿਆ ਜਾਂਦਾ ਇਸ ਕੇਸ? ਜਿਹੜੀ ਹੁਣ ਇਹਨਾਂ ਨੇ ਉਹ ਲਿਆ ਪ੍ਰੋਡਕਸ਼ਨ ਵਾਰੰਟ ਲਿਆ ਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ DDR ਜਿਹੜੀ ਹੈ 7 ਮਤਲਬ ਜੁਲਾਈ 2020 ਦੀ ਪੈ ਚੁੱਕੀ ਹੈ ਜੀ। ਦੇਖੋ 1 ਸਾਲ ਤੋਂ ਵੱਧ ਸਮਾਂ ਹੋ ਗਿਆ, ਨਾ ਤਾਂ ਉਹਨਾਂ ਨੇ ਕਸਟਡੀ ਮੰਗੀ, ਨਾ ਪ੍ਰੋਡਕਸ਼ਨ ਵਾਰੰਟ ਲਿਆ, ਤਾਂ ਇੱਕਦਮ ਹੀ ਪ੍ਰੋਡਕਸ਼ਨ ਵਾਰੰਟ ਜਿਹੜਾ ਹੈ ਲਿਆ ਜਾਂਦਾ ਹੈ। ਕਲੀਅਰ ਹੀ ਇਹ ਤਾਂ ਇੱਕ ਇਲੈਕਸ਼ਨ ਮੁੱਦਾ ਹੈ ਜਿਹੜਾ ਇਹਨੂੰ ਇਹ ਰੱਖਣਾ ਚਾਹੁੰਦੇ ਆ, ਇਸ ਤੋਂ ਵੱਧ ਕੁਝ ਨਹੀਂ ਹੈਗਾ। ਤੇ ਆਖਰੀ ਤੁਹਾਡੇ ਤੋਂ ਸਵਾਲ ਲਵਾਂਗਾ ਕਿ ਅੱਗੇ ਦੀ ਫਰਦਰ ਜਿਹੜੀ ਤੁਹਾਡੇ ਵੱਲੋਂ ਜਿਹੜੀ ਪੈਰਵੀ ਹੈ ਕਿਸ ਤਰੀਕੇ ਦੀ ਰਹੇਗੀ? ਸਮੇਂ-ਸਮੇਂ ਤੇ ਜੋ ਵੀ ਸਾਨੂੰ ਮਾਨਯੋਗ ਅਦਾਲਤਾਂ ਤੇ ਪੂਰਾ ਵਿਸ਼ਵਾਸ ਹੈ, ਕਿਉਂਕਿ ਗੁਰੂ ਜੀ ਅਕਸਰ ਹੀ ਕਹਿੰਦੇ ਬਾਬਾ ਜੀ ਵੀ ਸਾਨੂੰ ਨਿਆਂਪਾਲਿਕਾ ਤੇ ਹਿੰਦੁਸਤਾਨ ਦੀ ਨਿਆਂਪਾਲਿਕਾ ਤੇ ਪੂਰਾ ਭਰੋਸਾ ਹੈ। ਅਸੀਂ ਹਿੰਦੁਸਤਾਨ ਦੇ ਵਸਨੀਕ ਹਾਂ, ਅਸੀਂ ਹਿੰਦੁਸਤਾਨ ਦੀ ਨਿਆਂਪਾਲਿਕਾ ਤੇ ਵਿਸ਼ਵਾਸ ਕਰਦੇ ਹੋਏ ਜਿੱਤ ਪ੍ਰਾਪਤ ਕਰਾਂਗੇ। ਕੇਵਲ ਜੀ ਤੁਹਾਡੇ ਤੋਂ ਆਖਰੀ ਸਵਾਲ ਇਹ ਲਵਾਂਗਾ, ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰ ਇਲੈਕਸ਼ਨ ਦਾ ਜਿਵੇਂ ਆਪਾਂ ਨੇ ਜ਼ਿਕਰ ਕੀਤਾ ਕਿ ਪੀਕ ਤੇ ਹੈ, ਇੱਕ ਨੈਰੇਟਿਵ ਲੋਕਾਂ ਦੇ ਵਿੱਚ ਜਿਹੜਾ ਰਿਲੀਜੀਅਸ ਸੈਂਟੀਮੈਂਟ ਨੂੰ ਡੇਰਾ ਦਾ ਨਾਮ ਵਿੱਚ ਇਹਦੇ ਵਿੱਚ ਇਨਵੋਲਵ ਕਰਕੇ ਕਿਤੇ ਨਾ ਕਿਤੇ ਨੈਰੇਟਿਵ ਸੈੱਟ ਕੀਤਾ ਜਾਂਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਲੈਕਸ਼ਨ ਦੇ ਵਿੱਚ ਜਿਹੜੇ ਇਹ ਲੋਕ ਹੈ ਖਾਸ ਕਰ ਇਹ ਇੰਟਰੋਗੇਟ ਕਰ ਰਹੇ ਜੀ ਡੇਰਾ ਸੱਚਾ ਸੌਦਾ ਨੂੰ, ਉਹਨਾਂ ਦੇ ਮਨਸੂਬੇ ਕਾਮਯਾਬ ਹੋਣਗੇ?
ਨਹੀਂ ਮਨਸੂਬੇ ਤਾਂ ਕਾਮਯਾਬ ਨਹੀਂ ਹੋਣਗੇ। ਕੋਰਟ ਦਾ ਕੰਮ ਹੈ ਇਨਸਾਫ ਦੇਣਾ, ਇਨਸਾਫ ਤਾਂ ਹੋਊਗਾ, ਪਰ ਆਪਾਂ ਨੂੰ ਪਤਾ ਹੈ ਵੀ ਚਲੋ ਹਰੇਕ ਸੰਸਥਾ ਦੇ ਕੁਝ ਵਿਰੋਧੀ ਹੁੰਦੇ ਆ, ਮੀਡੀਆ 'ਚ ਵਾਰ-ਵਾਰ ਬਿਆਨ ਦਿੰਦੇ ਆ। ਤੁਸੀਂ ਦੇਖੋਗੇ ਉਹੀ 5-7 ਬੰਦੇ ਵਾਰ-ਵਾਰ ਬਿਆਨ ਦਿੰਦੇ ਆ, ਮੀਡੀਆ ਤੇ ਲਾਈਵ ਹੋ ਜਾਂਦੇ ਆ। ਇੱਕ ਝੂਠ ਨੂੰ 100 ਵਾਰ ਬੋਲਾਂਗੇ ਤਾਂ ਕਈ ਵਾਰੀ ਲੋਕਾਂ ਨੂੰ ਐਂ ਲੱਗਦਾ ਵੀ ਯਾਰ ਵੀ ਕੁਛ ਨਾ ਕੁਛ ਜਿਹੜੀ ਇਸ ਗੱਲ 'ਚ ਕਿਤੇ ਮਤਲਬ ਸੱਚਾਈ ਤਾਂ ਨਹੀਂ। ਇਹੀ ਇੱਕ ਭਰਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਭਰਮ ਜਦੋਂ ਸੱਚਾਈ ਸਾਹਮਣੇ ਆ ਗਈ, ਹੁਣ ਦੇਖੋ ਚਲਾਨ ਪੇਸ਼ ਹੋ ਗਏ, ਅਗਲੇ ਵੀ ਆਪਦੇ ਪ੍ਰੂਫ ਦੇਣਗੇ, ਉਹਨਾਂ ਦੇ ਬਿਆਨ ਵੀ ਹੋਣੇ ਹੈ ਨਾ, ਸਾਰਾ ਕੁਝ ਲੋਕਾਂ ਦੇ ਸਾਹਮਣੇ ਆਉਣਾ ਹੀ ਆਉਣਾ ਹੈ। ਜੇ ਡੇਰਾ ਸੱਚਾ ਸੌਦਾ ਦੇ ਜਿਹੜੇ ਫੋਲੋਅਰ ਆ ਜਾਂ ਪ੍ਰੇਮੀ ਆ ਜੇ ਚੁੱਪ ਰਹੇ ਆ ਤੇ ਇਹਦਾ ਮਤਲਬ ਇਹ ਥੋੜ੍ਹਾ ਵੀ ਉਹ ਕਸੂਰਵਾਰ ਹੈ। ਇਹ ਸੱਚ ਤਾਂ ਸਾਹਮਣੇ ਆਉਣਾ ਹੀ ਆਉਣਾ ਹੈ। ਬਹੁਤ ਵੱਡੀ ਗੱਲ ਵਕੀਲ ਸਾਹਿਬ ਨੇ ਕਹੀ ਹੈ, ਕਿਉਂਕਿ ਡੇਰਾ ਪ੍ਰੇਮੀ ਇਸ ਪੂਰੇ ਪ੍ਰਕਰਨ ਦੇ ਵਿੱਚ ਬਿਲਕੁਲ ਸ਼ਾਂਤ ਹੈ ਤੇ ਉਹਨਾਂ ਦੀ ਜਿਹੜੀ ਸ਼ਾਂਤੀ ਦਾ ਹੀ ਸ਼ਾਇਦ ਕਿਤੇ ਨਾ ਕਿਤੇ ਜਿਹੜੇ ਸ਼ਰਾਰਤੀ ਅਨਸਰ ਆ ਉਹ ਡੇਰਾ ਸੱਚਾ ਸੌਦਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ। ਸਾਡੇ ਨਾਲ ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੀ ਮੌਜੂਦ ਹੈ, ਖਾਸ ਕਰ ਸੇਵਾਦਾਰ ਹਰਚਰਨ ਜੀ, ਉਹਨਾਂ ਨਾਲ ਗੱਲਬਾਤ ਕਰ ਰਹੇ। ਹਰਚਰਨ ਜੀ, ਕਿਵੇਂ ਤੁਹਾਨੂੰ ਲੱਗਦਾ ਹੈ ਕਿ CBI ਨੇ ਕਲੀਨ ਚਿੱਟ ਦੇ ਦੀ ਬਾਵਜੂਦ ਇਸ ਦੇ ਫਿਰ ਟਰੋਲ ਕੀਤਾ ਜਾਂਦਾ ਹੈ, ਡੇਰਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਵੇਂ ਦੇਖਦੇ ਹੋ ਇਸ 'ਤੇ? ਕਿੰਨਾ ਕੁ ਦਿਲ ਦੁਖਦਾ ਤੁਹਾਡਾ, ਕਿਉਂਕਿ ਇੱਕ ਸ਼ਰਧਾਲੂ ਹੋ ਤੁਸੀਂ? ਦੇਖੋ, ਜਿੱਥੋਂ ਤੱਕ ਦਿਲ ਦੁਖਦੇ ਦੀ ਗੱਲ ਆਉਂਦੀ ਹੈ ਤਾਂ ਦਿਲ ਬਹੁਤ ਦੁਖਦਾ ਹੈ, ਕਿਉਂਕਿ ਅਸੀਂ ਪੰਜਾਬ ਦੇ ਨਿਵਾਸੀ ਹਾਂ ਔਰ ਸਿੱਖ ਘਰਾਣੇ ਦੇ ਵਿੱਚ ਜਨਮ ਲਿਆ ਹੈ। ਗੁਰੂ ਸਾਹਿਬਾਨਾਂ ਦੀਆਂ ਪਾਕ ਪਵਿੱਤਰ ਸਿੱਖਿਆਵਾਂ ਨੂੰ ਸੁਣਦੇ ਜਾਂ ਮੰਨਦੇ ਨਹੀਂ, ਉਹਨਾਂ 'ਤੇ ਪੂਰਾ ਅਮਲ ਕਰਦੇ ਆ। ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਅਮਲ ਦੇ ਵਿੱਚ ਲੈ ਕੇ ਆਉਣੇ ਆ। ਜਿੱਥੋਂ ਤੱਕ ਡੇਰਾ ਸੱਚਾ ਸੌਦਾ ਦੀ ਗੱਲ ਹੈ, ਡੇਰਾ ਸੱਚਾ ਸੌਦਾ ਆਪਣੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਗੁਰੂ ਸਾਹਿਬਾਨਾਂ ਦੀਆਂ ਪਾਕ ਪਵਿੱਤਰ ਸਿੱਖਿਆਵਾਂ 'ਤੇ ਚੱਲਦਿਆਂ ਹੋਇਆਂ, ਉਹਨਾਂ 'ਤੇ ਪੂਰਾ ਅਮਲ ਕਰਦਿਆਂ ਹੋਇਆਂ ਮਨੁੱਖਤਾ ਦੇ ਭਲੇ ਦੇ ਉੱਤੇ ਚੱਲਣ ਦੀ ਪ੍ਰੇਰਨਾ ਦਿੰਦਾ ਆ ਰਿਹਾ ਹੈ। ਔਰ ਦੂਜੀ ਗੱਲ, ਅੱਜ ਦਾ ਜੇ ਆਪਾਂ ਦੇਖੀਏ ਤਾਂ ਉਹ ਸਾਰਿਆਂ ਦੇ ਸਾਹਮਣੇ ਅੱਜ ਤਾਂ ਪੰਜਾਬ ਦੀ ਆਵਾਮ ਵੀ ਇਸ ਗੱਲ ਨੂੰ ਸਮਝਣ ਲੱਗੀ ਹੈ ਕਿ ਸਾਰੇ ਦਾ ਸਾਰਾ ਜਿਹੜਾ ਪੋਲੀਟੀਕਲ ਮੋਟਿਵ ਹੈ, ਜਿੰਨਾ ਅੱਜ ਕੰਮ ਕੀਤਾ ਜਾ ਰਿਹਾ ਹੈ ਬੇਅਦਬੀ ਦੇ ਹਰ ਪੁਆਇੰਟ 'ਤੇ, ਹਰ ਸਭਾ ਦੇ ਵਿੱਚ, ਹਰ ਕਿਤੇ ਜਾ ਕੇ ਜੇ ਗੱਲ ਉਠਾਈ ਜਾਂਦੀ ਤਾਂ ਪਹਿਲਾਂ ਬੇਅਦਬੀ ਦੇ ਮਸਲੇ ਦੀ ਗੱਲ ਕੀਤੀ ਜਾਂਦੀ ਹੈ, ਜਦੋਂ ਕਿ ਬੇਅਦਬੀ ਦੇ ਮਸਲੇ ਨੂੰ ਸੰਜੀਦਗੀ ਦੇ ਨਾਲ ਹੱਲ ਕਰਨ ਦੀ ਗੱਲ ਕਿਸੇ ਨੇ ਕੀਤੀ ਨਹੀਂ। ਜੇ ਸੈੱਟ ਦੀ ਗੱਲ ਕੀਤੀ ਹੈ ਤਾਂ ਵਕੀਲ ਸਾਹਿਬਾਨ ਨੇ ਇਕੱਲੀ ਗੱਲ ਹੈ ਜਿਹੜੀ ਉਹ ਜੋ ਰਿਕਾਰਡ ਦੇ ਵਿੱਚ ਹੈ ਉਹ ਸਾਹਮਣੇ ਰੱਖਦੀ। ਜਦੋਂ ਇਹ ਐਡੀ ਵੱਡੀ ਏਜੰਸੀ ਨੇ ਮੁੱਦੇ ਨੂੰ ਖਤਮ ਕਰਤਾ ਤੇ ਫਿਰ ਉੱਥੇ ਬਹਿ ਕੇ ਇਹ ਸੋਚਣ ਦੀ ਲੋੜ ਸੀ ਵੀ ਜੇ ਇਸ ਏਜੰਸੀ ਤੋਂ ਅਸਲੀ ਮੁਲਜ਼ਮ ਜਿਹੜੇ ਸਾਹਮਣੇ ਨਹੀਂ ਆਏ ਤਾਂ ਉਹ ਕਿਵੇਂ ਆ ਸਕਦੇ ਨੇ। ਬਜਾਏ ਇਹ ਗੱਲ ਸੋਚਣ ਦੇ ਇੱਕ ਚੀਜ਼ ਨੂੰ ਫਿਕਸ ਕਰ ਲਿਆ ਜਾਂਦਾ, ਟਾਰਗੇਟ ਕਰ ਲਿਆ ਜਾਂਦਾ ਵੀ ਹੁਣ ਆਪਾਂ ਇਹ ਕਰਦੇ ਹਾਂ ਵੀ ਆਹ ਜਿਹੜੀ ਸੰਸਥਾ ਹੈ, ਕੁਝ ਲੋਕ ਇਹਦੇ ਨਾਲ ਜਿਹੜੇ ਹੈਗੇ ਆ ਘਿਰਨਾ ਕਰਦੇ ਨੇ, ਉਹਨਾਂ ਲੋਕਾਂ ਨੇ ਇੱਕ ਨੈਰੇਟਿਵ ਸੈੱਟ ਕਰਤਾ ਵੀ ਇਹਨਾਂ ਨੂੰ ਟਾਰਗੇਟ ਬਣਾ ਕੇ ਅੱਗੇ ਕਰ ਦਿੱਤਾ ਜਾਵੇ ਤਾਂ ਆਉਣ ਵਾਲਾ ਜਿਹੜਾ ਸਮਾਂ ਹੈ ਬੇਤਰਨੀ ਹੈ ਜਿਹੜੀ ਉਹ 2022 ਦੀ ਸ਼ਾਇਦ ਸੌਖੀ ਪਾਰ ਹੋ ਜੇ। ਤਾਂ ਸਾਨੂੰ ਇਹ ਗੱਲ ਲੱਗਦੀ ਹੈ। ਕੀ ਉਮੀਦ ਕੀ ਹੈ ਤੁਹਾਨੂੰ ਤੇ ਅੱਗੇ ਤੁਹਾਡੇ ਕੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਅਸੀਂ ਪੈਰਵੀ ਕਰਦੇ ਹਾਂ, ਕਿੰਨੀ ਕੁ ਉਮੀਦ ਹੈ ਕਿ ਤੁਹਾਨੂੰ ਇੱਕ ਦਿਨ ਜਿਹੜੀ ਹੈ ਸੱਚਾਈ ਸਭ ਦੇ ਸਾਹਮਣੇ ਆਏਗੀ? ਦੇਖੋ, ਕਾਨੂੰਨੀ ਲੜਾਈ ਲੜੀ ਜਾ ਰਹੀ ਹੈ, ਵਕੀਲ ਸਾਹਿਬਾਨ ਮਾਣਯੋਗ ਅਦਾਲਤਾਂ ਦੇ ਵਿੱਚ ਪੱਖ ਰੱਖ ਰਹੇ ਨੇ, ਜਿਹੜੇ ਲੋਕ ਇਹਨਾਂ ਕੇਸਾਂ ਦੇ ਵਿੱਚ ਇਨਵੋਲਵ ਕੀਤੇ ਗਏ ਨੇ ਉਹਨਾਂ ਦਾ ਪੱਖ ਰੱਖਿਆ ਜਾ ਰਿਹਾ ਹੈ। ਸਾਨੂੰ ਸਾਡੇ ਦੇਸ਼ ਦੇ ਸੰਵਿਧਾਨ 'ਤੇ, ਸਾਨੂੰ ਸਾਡੇ ਦੇਸ਼ ਦੀ ਨਿਆਂ ਪ੍ਰਕਿਰਿਆ 'ਤੇ ਪੂਰਨ ਭਰੋਸਾ ਹੈ। ਸਾਨੂੰ ਉਮੀਦ ਹੈ ਕਿ ਇੱਕ ਨਾ ਇੱਕ ਦਿਨ ਸੱਚ ਸਾਹਮਣੇ ਆਵੇਗਾ, ਜਨਤਾ ਦੇ ਸਾਹਮਣੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਵੇਗਾ, ਅਸਲੀ ਦੋਸ਼ੀ ਜ਼ਰੂਰ ਸਾਹਮਣੇ ਆਉਣਗੇ ਔਰ ਜਿਹੜੇ ਲੋਕਾਂ ਨੂੰ ਨਿਰਦੋਸ਼ ਫਸਾਇਆ ਗਿਆ ਉਹਨਾਂ 'ਤੇ ਜੋ ਇਲਜ਼ਾਮ ਮੜੇ गए ਨੇ वो एक दिन इल्ज़ाम तो जरूर फ्री होंगे। देश विदेश की तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।